रत सारे गुरबाणी कहे सेवक जन मानै परतख गुरु निस्तारै बाणी बिरलो विचारसी जे को गुरमुख होए एह बाणी महापुरख की निज घर वासा होए बिलावल महल्ला पंजवा जिस ते उपजिया तिसैं पछान पार ब्रह्म परमेश्वर ध्याया कुशल खेम होए कल्याण रहाओ गुर पूरा पेटियो बड़ भागी अंतर जामी सुगढ़ सुजान हाथ दे राखे कर अपने बड़ समरथ निमाणया को मान भ्रम भै बिनस गए खिन पीतर अंधकार प्रगटे चनान सास सास आराध नानक सदा सदा जाइए कुर्बान भ्रम भै बिनस गए खिन पीतर अंधकार प्रगटे चनान सास सास आराध नानक सदा सदा जाइए कुर्बान वाहिगुरु जी का खालसा वाहिगुरु जी की फतेह। इस पावन शब्द दी विचार ज्ञानी रंजीत सिंह गौहर आपनों सरवण करवाउणगे। 24 तरीक नौवें पातशाह गुरु तेग बहादुर साहब महाराज जी का शहीदी गुरपुरब है। 24 तरीक नूं ही नगर कीर्तन होवेगा। नगर कीर्तन सवेरे 10 बजे गुरुद्वारा सीस गंज साहब तो आरंभ हो के
ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇਗਾ। ਫਿਰ 25 ਤਰੀਕ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਹੋਣਗੇ। ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ, ਮਹਾਰਾਜ ਦੀ ਪਾਲਕੀ ਸਭ ਤੋਂ ਅੱਗੇ ਹੋਵੇਗੀ। ਸਾਰੀਆਂ ਸਿੱਖ ਸੰਗਤਾਂ, ਸਾਰੇ ਸਕੂਲਾਂ ਦੇ ਬੱਚੇ, ਬੈਂਡ ਵਾਜੇ, ਗੱਤਕਿਆਂ ਵਾਲੇ ਜਥੇ ਸਭ ਮਗਰ ਹੋਣਗੇ। ਔਰ ਪਾਲਕੀ ਬੜੇ ਸਮੇਂ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇਗੀ, ਤਕਰੀਬਨ 5-6 ਵਜੇ ਤੱਕ। ਸੋ ਰਸਤੇ ਵਿੱਚ ਵੀ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਸਮੇਂ ਅਨੁਸਾਰ ਪ੍ਰਬੰਧ ਕਰਨਾ। ਆਓ ਅਗਲੇ ਸਮੇਂ ਦੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬੇਸ਼ੁਮਾਰ ਅਥਾਹ ਅਗਨਿਤ ਅਤੋਲੇ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ। ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਪਰਮ ਸਨਮਾਨ ਆਵਰ ਸਾਹਿਬੇ ਕਮਾਲ बारगाहे इनायत के मालिक, कलयुगी जीवों के उद्धारकर्ता, साहिबे सहाबा जोत रूप हर आप, महिमा दे मालिक धन धन गुरु पिता श्री गुरुदेव गुरु ग्रंथ साहिब जी दे महान बरकतमयी कदमां च विराजमान गुरु प्यारी साध संगत, गुरुदेव जी की महान इनायत का सदका साढ़े सारियां दे सिर ते मेहरमतमयी रखे हथ का सदका जीवन का अज का दिन भी प्राप्त होया है। और इस नवे दिन की जो नवे जन्म समान है, शुरुआत करदियां सतगुरु पातशाह जी ने इस संसार दे महान पवित्र स्थान 8वें गुरु नानक गुरु हरकृष्ण पातशाह जी दे बख्शिशमयी करामाती स्थान गुरुद्वारा श्री बंगला साहिब विखे प्रदान किया है। सतगुरु जी के दर तो निवाजे हुए महान रसक कीर्तनियां तो बड़े वजद विच सर्वत्र आशा पूर्ण करनहार श्री आशा की वार दे गायन आपने श्रवण किए ने। फिर सतगुरु पातशाह जी की पावन लड़ीवार बाणी की जो विचार चल रही है, वो संबंधित शब्द अते कुछ जरूरी सूचनावां सत्कारयोग ज्ञानी रणजीत सिंह जी
ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਸ੍ਰੀ ਬੰਗਲਾ ਸਾਹਿਬ ਤੋਂ ਆਪ ਨੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਬਾਣੀ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਂਬੋਲ ਤਪਤ ਮਾਹੇ ਠਾਣ ਵਰਤਾਵਣ ਵਾਲੇ ਸਤਿਗੁਰੂ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਜਿਨ੍ਹਾਂ ਨੂੰ ਭੱਟ ਜਨਾਂ ਨੇ ਸਜਦਾ ਕਰਦਿਆਂ ਹੋਇਆਂ ਕਿਹਾ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਧੰਨ ਧੰਨ ਗੁਰੂਦੇਵ ਗੁਰੂ ਅਰਜਨ ਪਾਤਸ਼ਾਹ ਜੀਆਂ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਹਨ, ਜੋ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 825 ਨੰਬਰ ਅੰਗ 'ਤੇ ਸੁਭਾਏਮਾਨ ਨੇ। ਇਸ ਪਾਵਨ ਸ਼ਬਦ ਦੀਆਂ ਮਰਕਜ਼ੀ ਪੰਕਤੀਆਂ 'ਚ ਸਾਹਿਬ ਫਰਮਾਨ ਕਰਦੇ ਨੇ, ਕਦਨੇ ਜਿਸ ਤੇ ਉਪਜਿਆ ਤਿਸਹੇ ਪਛਾਨ, ਪਾਰ ਬ੍ਰਹਮ ਪਰਮੇਸ਼ਰ ਧਿਆਇਆ, ਕੁਸਲ ਖੇਮ ਹੋਏ ਕਲਿਆਣ। ਮਨੁੱਖ ਦੇ ਜੀਵਨ ਨੂੰ ਜੇ ਗੌਰ ਨਾਲ ਵਿਚਾਰ ਕੇ ਦੇਖੀਏ ਤੇ ਮਨੁੱਖ ਕੇਵਲ ਜੀਵਨ ਦੀ ਤਮੰਨਾ ਹੀ ਨਹੀਂ ਕਰਦਾ ਕਿ ਮੈਂ ਦੀਰਘ ਕਾਲ ਤੱਕ ਜ਼ਿੰਦਾ ਰਹਾਂ, ਲੰਬੇ ਸਮੇਂ ਤੱਕ ਜਾਣਿਆ ਪਛਾਣਿਆ ਜਾਵਾਂ। ਔਰ ਮਨੁੱਖ ਦੇ ਪ੍ਰਾਣਾਂ ਵਿੱਚ ਇਹ ਖਾਹਿਸ਼ ਹੈ ਮੈਂ ਲੰਬਾ ਸਮਾਂ ਤੱਕ ਜੀਵਾਂ। ਇਸ ਦਾ ਹੀ ਕਾਰਨ ਦਿਖਾਈ ਪੈਂਦਾ ਹੈ ਜਦ ਵੀ ਅਸੀਂ ਬਜ਼ੁਰਗਾਂ ਨੂੰ ਝੁਕਦੇ ਹਾਂ, ਸਜਦਾ ਕਰਦੇ ਹਾਂ, ਤਾਂ ਸਾਡੇ ਬਜ਼ੁਰਗ ਮਾਤਾ ਪਿਤਾ ਬੜੇ ਪ੍ਰੇਮ ਨਾਲ ਆਸੀਸ ਦਿੰਦੇ ਨੇ। ਉਹਨਾਂ ਦੀ ਜ਼ੁਬਾਨ ਤੋਂ ਅਸੀਸਮਈ ਪਹਿਲਾ ਸ਼ਬਦ ਨਿਕਲਦਾ ਹੈ, ਜਿਉਂਦਾ ਰਹਿ, ਲੰਬੀ ਉਮਰ ਵਾਲਾ ਹੋਵੇਂ। ਸਾਡੇ ਪ੍ਰਾਣਾਂ ਵਿੱਚ ਜੀਵਨ ਦੀ ਲੰਬੀ ਖਾਹਿਸ਼ ਹੈ, ਲੰਬਾ ਸਮਾਂ ਜੀਵਣਾ ਚਾਹੁੰਦੇ ਹਾਂ, ਪਰ ਨਿਰਾ ਜੀਵਣਾ ਹੀ ਨਹੀਂ ਚਾਹੁੰਦੇ, ਅਸੀਂ ਕੁਸ਼ਲਤਾ ਨਾਲ ਵੀ ਜੀਵਣਾ ਚਾਹੁੰਦੇ ਹਾਂ, ਸੁਖ ਸ਼ਾਂਤੀ ਨਾਲ ਜੀਵਣਾ ਚਾਹੁੰਦੇ ਹਾਂ, ਆਨੰਦ ਨਾਲ ਜੀਵਣਾ ਚਾਹੁੰਦੇ ਹਾਂ। ਪਰ ਅਸਲੀਅਤ ਇਹ ਹੈ ਜਿਉਂ-ਜਿਉਂ ਸਾਡਾ ਸਰੀਰ ਵਡੇਰਾ ਹੁੰਦਾ ਜਾਂਦਾ ਹੈ, ਇਹ ਕਮਜ਼ੋਰ ਹੁੰਦਾ ਜਾਂਦਾ ਹੈ ਤੇ ਦੁੱਖ ਵੱਧਦੇ ਜਾਂਦੇ ਨੇ। ਸੁਖ ਸ਼ਾਂਤ, ਕੁਸ਼ਲ ਮੰਗਲਤਾ, ਕੁਸ਼ਲ ਖੇਮ ਸਾਡੇ ਤੋਂ ਦੂਰ ਜਾਂਦਾ ਹੈ। ਔਰ ਇੱਕ ਦਿਨ ਜੀਵਨ ਵਿੱਚ ਐਸਾ ਆ ਜਾਂਦਾ ਹੈ ਜਿਸ ਦਿਨ ਮਨੁੱਖ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹੋ ਜਿਹੇ ਜੀਵਨ ਨਾਲੋਂ ਮਰ ਜਾਣਾ ਬੜਾ ਚੰਗਾ ਹੈ, ਮੌਤ ਆ ਜਾਵੇ ਤੇ ਚੰਗਾ ਹੈ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ। वो कहता है अब तो घबरा के ये कहते हैं कि मर जाएंगे, मर के भी चैन ना पाया तो किधर जाएंगे।
ਕਹਿ ਤਾਂ ਦਿੰਦਾ ਹੈ ਬਈ ਇਹੋ ਜਿਹੇ ਜੀਵਨ ਨਾਲੋਂ ਵਾਕਈ ਦੁੱਖ ਦਾ ਜੀਵਨ ਕੋਈ ਜੀਵਨ ਨਹੀਂ। ਤੁਸੀਂ ਹਸਪਤਾਲਾਂ ਵਿੱਚ ਜਾ ਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਭਿਆਨਕ ਰੋਗਾਂ ਨਾਲ ਮਨੁੱਖ ਗ੍ਰਸਤ ਨੇ ਔਰ ਭਿਆਨਕ ਪੀੜਾ ਸਹਿੰਦੇ ਹੋਏ ਤੜਪਦੇ ਹੋਏ ਦੇਖੇ ਜਾ ਸਕਦੇ ਨੇ। ਔਰ ਬੜੀ ਦਫਾ ਉਹਨਾਂ ਦੇ ਮੂੰਹੋਂ ਇਹ ਨਿਕਲ ਜਾਂਦਾ ਹੈ, ਹੇ ਪਰਮਾਤਮਾ, ਹੇ ਕਰਤਾ ਪੁਰਖ, ਜਾਂ ਤੇ ਮੈਨੂੰ ਠੀਕ ਕਰ ਦੇ ਤੇ ਜਾਂ ਮੇਰਾ ਸਰੀਰ ਸਮਾਪਤ ਕਰ ਦੇ, ਜੀਵਨ ਲੀਲਾ ਸਮਾਪਤ ਕਰ ਦੇ। ਦੂਰ ਕਿਉਂ ਜਾਈਏ, ਭਗਤਾਂ ਨੇ ਵੀ ਇਸ ਦੁੱਖ ਨੂੰ ਮਹਿਸੂਸ ਕੀਤਾ ਹੈ ਔਰ ਮਹਿਸੂਸ ਕਰਦਿਆਂ ਹੋਇਆਂ ਕਿਹਾ, ਜੈਸੇ ਬਾਬਾ ਫਰੀਦ ਸਾਹਿਬ ਦੇ ਬੋਲ ਨੇ, ਕਹਿੰਦੇ ਨੇ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੈ ਨਾ ਦੇ, ਜੇ ਤੂੰ ਇਵੇਂ ਰਖਸੀ ਜੀਓ ਸਰੀਰੋਂ ਲੈ। ਹੇ ਖੁਦਾਇਆ, ਹੋ ਸਕਦਾ ਹੈ ਤੇਰੀ ਇਹ ਰਜ਼ਾ ਹੋਵੇ, ਮੈਂ ਬੇਗਾਨੇ ਦਰਵਾਜ਼ੇ ਤੇ ਬੈਠਾ ਹੋਇਆ ਦੁੱਖ ਸਹਿੰਦਾ ਪਿਆ ਹਾਂ। ਪਤਾ ਬੇਗਾਨਾ ਦਰਵਾਜ਼ਾ ਕਿਹੜਾ ਹੈ? ਜਿਸ ਨਾਲ ਸ਼ਬਦ ਬੇਗਾਨਾ ਲੱਗ ਜਾਏ ਨਾ, ਉਹ ਦੁਖਦਾਈ ਹੋ ਜਾਂਦਾ ਹੈ, ਉਹ ਪੀੜਾਦਾਇਕ ਹੋ ਜਾਂਦਾ ਹੈ। ਬੜੀ ਦਫਾ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਬਈ ਅਮਕੇ ਥਾਂ ਮੇਰੇ ਨਾਲ ਬੇਗਾਨਗੀ ਵਾਲਾ ਵਿਹਾਰ ਹੁੰਦਾ ਹੈ, ਬੇਗਾਨਿਆਂ ਵਾਲਾ ਟ੍ਰੀਟਮੈਂਟ ਹੁੰਦਾ ਹੈ। ਜਿਤਨੀ ਦੇਰ ਇਹ ਚੱਲਦਾ ਰਹੇਗਾ ਜੀਵਨ ਦੁੱਖ ਨਾਲ ਭਰਿਆ ਰਹੇਗਾ, ਕਿਉਂਕਿ ਸੁਖ ਆਪਣੇਪਨ ਵਿੱਚ ਹੈ, ਕੁਸ਼ਲਤਾ ਆਪਣੇਪਨ ਵਿੱਚ ਹੈ, ਤੇ ਦੁੱਖ ਤੇ ਗਮਗੀਨੀਆਂ ਬੇਗਾਨੇਪਨ ਵਿੱਚ ਮੌਜੂਦ ਨੇ। ਇਸ ਲਈ ਬੇਗਾਨਾਪਣ ਦੁੱਖ ਦਾ ਲਖਾਇਕ ਹੈ, ਬੇਗਾਨਾਪਣ ਦੁੱਖ ਦਾ ਬਾਇਸ ਹੈ। ਤੇ ਇੱਥੇ ਅਸੀਂ ਸੁੱਖ ਲੱਭਦੇ ਰਹਿੰਦੇ ਹਾਂ ਇੰਦਰੀਆਂ ਦੇ ਦਰਵਾਜ਼ਿਆਂ ਤੇ, ਵਾਸਨਾ ਦਾ ਸੁੱਖ ਮਿਲ ਜਾਏ, ਨੇਤਰਾਂ ਨੂੰ ਦ੍ਰਿਸ਼ ਦੇਖਣ ਦਾ ਸੁੱਖ ਮਿਲ ਜਾਏ, ਸੁਖਦਾਇਕ ਸਾਨੂੰ ਅਲਫਾਜ਼ ਸੁਣਨ ਵਾਸਤੇ ਮਿਲਣ। ਵਾਸਨਾਵਾਂ ਦੇ ਦਰਵਾਜ਼ੇ ਤੇ ਕਦੀ ਸੁੱਖ ਹੋ ਨਹੀਂ ਸਕਦਾ। ਇਹ ਬੇਗਾਨਾ ਦਰਵਾਜ਼ਾ ਹੈ, ਸਮਝਣ ਦਾ ਯਤਨ ਕਰਨਾ। ਆਪਣਾ ਦਰਵਾਜ਼ਾ ਕਿਹੜਾ ਹੈ? ਆਪਣਾ ਦਰਵਾਜ਼ਾ ਗੁਰੂ ਦਾ ਦਰਵਾਜ਼ਾ ਹੈ, ਜਿੱਥੇ ਆਪ ਆ ਕੇ ਬੈਠੇ ਹੋ, ਇਹ ਸਾਡਾ ਆਪਣਾ ਦਰਵਾਜ਼ਾ ਹੈ। ਇਸ ਲਈ ਬਾਬਾ ਫਰੀਦ ਕਹਿੰਦੇ ਨੇ, ਹੇ ਖੁਦਾ ਮੇਰੇ ਤੇ ਨਜ਼ਰੇ ਇਨਾਇਤ ਕਰ। ਇਹ ਬਾਰ-ਬਾਰ ਮਨ ਬੇਗਾਨੇ ਦਰਵਾਜ਼ਿਆਂ ਤੇ ਭਟਕਦਾ ਫਿਰਦਾ ਹੈ, ਤੂੰ ਨਜ਼ਰੇ ਇਨਾਇਤ ਕਰਕੇ ਮੈਨੂੰ ਆਪਣੇ ਚਰਨ ਕਮਲਾਂ ਵਿੱਚ ਰੱਖ ਲੈ, ਆਪਣੇ ਨਾਲ ਜੋੜ ਲੈ, ਤਾਂ ਕਿ ਸੁੱਖ ਪ੍ਰਾਪਤ ਹੋਵੇ। ਕਿਤਨੇ ਮਹਾਂ ਬੋਲ ਨੇ ਆਪ ਜੀ ਦੇ, ਬਾਰ ਪਰਾਇਆ ਬੈਸਣਾ ਸਾਈਂ ਮੁਝੈ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰੋਂ ਲੈ। ਇੱਕ ਤਾਂ ਇਹ ਦੁੱਖ ਦਾ ਬਾਇਸ ਹੈ, ਤੇ ਦੂਜਾ ਦੁੱਖ ਦਾ ਕਾਰਨ ਹੈ ਕਿ ਮਨੁੱਖ ਨੂੰ ਆਪਣਿਆਂ ਦੀ ਪਛਾਣ ਨਾ ਹੋਵੇ, ਆਪਣਿਆਂ ਦੀ ਸੋਝੀ ਨਾ ਹੋਵੇ। ਐਸੇ ਸੰਸਾਰ ਤੇ ਲੋਕ ਘੱਟ ਹੁੰਦੇ ਨੇ ਜਿਨ੍ਹਾਂ ਨੂੰ ਆਪਣਿਆਂ ਦੀ ਸਨਾਸ ਹੁੰਦੀ ਹੈ, ਬਈ ਇਹ ਮੇਰਾ ਆਪਣਾ ਹੈ ਤੇ ਇਹ ਬੇਗਾਨਾ ਹੈ। ਬੜੇ ਘੱਟ ਲੋਕ ਹੁੰਦੇ। ਦੂਰ ਕਿਉਂ ਜਾਈਏ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ ਵਿੱਚ ਹੀ ਦੇਖੋ, ਬਾਬਾ ਪ੍ਰਿਥੀ ਚੰਦ ਉਹਨਾਂ ਦੇ ਵੱਡੇ ਭਰਾਤਾ ਨੇ, ਪਰ ਉਹਨਾਂ ਨੂੰ ਪਛਾਣ ਕੋਈ ਨਹੀਂ ਕਿ ਮੇਰੇ ਆਪਣੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮੇਰੇ ਹੱਕ ਵਿੱਚ ਨੇ, ਮੇਰੇ ਵਿਰੋਧ ਵਿੱਚ ਕੋਈ ਨਹੀਂ। ਔਰ ਇਹ ਨਾ ਸਨਾਸੀ ਹੋਣ ਕਰਕੇ, ਲਾਸਨਾਸ ਹੋਣ ਕਰਕੇ ਬਾਬਾ ਪ੍ਰਿਥੀ ਚੰਦ ਆਪ ਵੀ ਦੁੱਖ ਭੋਗਦੇ ਰਹੇ ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਾਸਤੇ ਵੀ ਦੁੱਖ ਖੜਾ ਕਰਨ ਦਾ ਯਤਨ ਕਰਦੇ ਰਹੇ। ਪਰ ਦੂਜੇ ਪਾਸੇ ਦੇਖੀਏ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਜੀਵਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਭਿਆਨਕ ਬਿਮਾਰੀ ਨਾਲ ਗ੍ਰਸਤ ਨੇ, ਤਾਂ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ
ਕਰਤਾ ਪੁਰਖ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਹੈ। ਇਹ ਬੋਲ ਤੁਹਾਨੂੰ ਜਹ ਨਸੀਹ ਹੋਵਣਗੇ ਜਿਸ ਵਿੱਚ ਆਪ ਕਹਿੰਦੇ ਨੇ, ਪ੍ਰਭ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਹੇ ਪ੍ਰਭੂ ਮੇਰਾ ਆਪਣਾ ਹੈ। ਇੱਕ ਬੇਨਤੀ ਹੋਰ ਮੈਂ ਆਪ ਜੀ ਦੇ ਚਰਨ ਕਮਲਾਂ 'ਚ ਰੱਖਣੀ ਚਾਹੁੰਦਾ। ਆਪ ਸਾਰੇ ਸਤਸੰਗੀ ਪੁਰਖ ਬੈਠੇ ਹੋ, ਬੜੇ ਧਿਆਨ ਨਾਲ ਇਕਾਗਰਤਾ ਨਾਲ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਜੈਸੇ ਜੈਸੇ ਸੰਸਾਰ ਵਿੱਚ ਬੇਗਾਨੇ ਅਸੀਂ ਸਮਝਣ ਲੱਗਦੇ ਹਾਂ, ਜ਼ਿਆਦਾ ਬੇਗਾਨਗੀ ਦਾ ਭਾਵ ਅੰਦਰ ਵੱਧਦਾ ਜਾਂਦਾ ਹੈ, ਪ੍ਰਗਾੜਤਾ ਰੂਪ ਲਈ ਜਾਂਦਾ ਹੈ, ਵੈਸੇ ਵੈਸੇ ਸਾਡਾ ਤੜਪਣਾ ਵੱਧਦਾ ਜਾਂਦਾ, ਵੈਸੇ ਵੈਸੇ ਸਾਡਾ ਦੁੱਖ ਵੱਧਦਾ ਜਾਂਦਾ ਹੈ, ਮੁਸੀਬਤ ਵੱਧਦੀ ਜਾਂਦੀ ਹੈ। ਔਰ ਜਿਤਨਾ ਸੰਸਾਰ ਦੇ ਸਾਰੇ ਲੋਕਾਂ ਨੂੰ ਆਪਣਾ ਸਮਝਣ ਲੱਗ ਪੈਂਦੇ, ਉਤਨਾ ਸਾਡਾ ਹਿਰਦਾ ਆਨੰਦ ਨਾਲ ਭਰ ਜਾਂਦਾ ਹੈ, ਰਸ ਨਾਲ ਭਰ ਜਾਂਦਾ। ਬਾਕੀ ਥਾਈਂ ਵੀ ਕੁਛ ਆਪਣੇਪਨ ਦੇ ਪ੍ਰਗਟਾਵੇ ਹੁੰਦੇ ਦਿਖਾਈ ਪੈਂਦੇ ਹਨ, ਪਰ ਸਾਰੇ ਸੰਸਾਰ ਨੂੰ ਜੇ ਕੋਈ ਆਪਣਾ ਸਮਝਦਾ ਤੇ ਆਪਣਾ ਪ੍ਰਾਣਾ ਤੋਂ ਮਹਿਸੂਸ ਕਰਦਾ ਦਿਖਾਈ ਪੈਂਦਾ ਹੈ ਤਾਂ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਜੀ ਦਾ ਘਰਾਨਾ ਹੈ। ਇਹੀ ਕਾਰਨ ਹੈ ਹਰ ਰੋਜ਼ ਹਰ ਗੁਰੂ ਅਸਥਾਨ ਤੇ ਸਾਡੀ ਪ੍ਰਾਰਥਨਾ ਇਹਨਾਂ ਬੋਲਾਂ ਨਾਲ ਸਮਾਪਤ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਇਹ ਬੋਲ ਵੀ ਅਸੀਂ ਰੋਜ਼ ਸਾਹਿਬ ਜੀ ਦੇ ਪੜ੍ਹਦੇ ਹਾਂ। ਕਹਿੰਦੇ ਨੇ, ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ। ਅਸੀਂ ਬਾਰ-ਬਾਰ ਯਤਨ ਕਰਦੇ ਹਾਂ, ਮੈਨੂੰ ਪੰਥ ਰਤਨ ਗੁਰਮਤ ਵਿਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਸ਼ਖਸੀਅਤ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਇੱਕ ਬਚਨ ਖਿਆਲ 'ਚ ਆਇਆ ਹੈ। ਉਹ ਬੜੇ ਪ੍ਰੇਮ ਨਾਲ ਬਾਰ-ਬਾਰ ਦੂਰ ਦਰਾਜ਼ ਜਾ ਕੇ ਇਹ ਵਿਚਾਰ ਸੰਗਤਾਂ ਨਾਲ ਸਾਂਝੇ ਕਰਦੇ ਰਹੇ। ਅੱਜ ਵੀ ਵੱਖ-ਵੱਖ ਟੀਵੀ ਚੈਨਲਾਂ ਤੋਂ ਗੁਰੂ ਸੰਗਤਾਂ, ਪ੍ਰਭੂ ਪਿਆਰ ਵਾਲੇ ਹਿਰਦੇ, ਉਹਨਾਂ ਨੂੰ ਬੜੇ ਸਤਿਕਾਰ ਨਾਲ ਸਰਵਣ ਕਰਦੇ ਹਨ। ਉਹ ਕਹਿੰਦੇ ਨੇ, ਮਨੁੱਖ ਇਸ ਲਈ ਸਾਰਾ ਜੀਵਨ ਲਗਾ ਦਿੰਦਾ ਹੈ ਕਿ ਮੇਰਾ ਦੁਸ਼ਮਣ ਮੁੱਕ ਜਾਏ। ਦੁਸ਼ਮਣ ਨਹੀਂ ਚਾਹੀਦਾ। ਦੁਸ਼ਮਣ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ, ਸਮਾਸੀ ਸ਼ਬਦ ਹੈ। ਦੁਸ਼ ਤੇ ਜਮਾ ਮਨ, ਜੇ ਅਸੀਂ ਇਸ ਨੂੰ ਇਸ ਤਰ੍ਹਾਂ ਸੰਧੀ ਵਿਛੇਦਨ ਕਰੀਏ ਤਾਂ ਇਸ ਦਾ ਆਖਰੀ ਅਰਥ ਬਣਦਾ ਹੈ ਦੂਸ਼ਿਤ ਮਨ। ਹੋਰ ਕੋਈ ਦੁਸ਼ਮਣ ਨਹੀਂ ਹੈ, ਬਸ ਤੇਰਾ ਮੈਲਾ ਮਨ ਹੀ ਤੇਰਾ ਦੁਸ਼ਮਣ ਹੈ। ਮਨ ਵਿੱਚ ਜੈਸੇ ਜੈਸੇ ਮੈਲ ਵੱਧਦੀ ਜਾਏਗੀ, ਵੈਸੇ ਵੈਸੇ ਮੈਂ ਅਰਜ਼ ਕਰਾਂ ਸੰਸਾਰ ਤੇ ਦੁਸ਼ਮਣੀ ਜ਼ਿਆਦਾ ਹੁੰਦੀ ਦਿਖਾਈ ਪਵੇਗੀ। ਸੰਸਾਰ ਦੁਸ਼ਮਣਾਂ ਨਾਲ ਭਰਿਆ ਹੋਇਆ ਦਿਖਾਈ ਪਵੇਗਾ। ਤਨ ਦੀ ਮੈਲ ਤਾਂ ਬਾਹਰੋਂ ਦਿਖਾਈ ਪੈ ਜਾਂਦੀ ਹੈ, ਸਾਬੂਨ ਨਾਲ ਉਤਰ ਵੀ ਜਾਂਦੀ ਹੈ, ਪਰ ਮਨ ਦੀ ਮੈਲ ਪਤਾ ਕੀ ਹੈ? ਮਨ ਦੀ ਮੈਲ ਹੈ ਹਰ ਇੱਕ ਤੇ ਸ਼ੱਕ ਕਰਨਾ। ਭਰਾ ਭਰਾ ਤੇ ਸ਼ੱਕ ਕਰੀ ਜਾਵੇ, ਮਨ ਦੀ ਮੈਲ ਹੈ। ਪਤੀ ਪਤਨੀ ਦਾ ਸਭ ਤੋਂ ਕਰੀਬੀ ਰਿਸ਼ਤਾ ਹੈ, ਪਰਮਾਤਮਾ ਨਾ ਕਰੇ ਇੱਕ ਦੂਜੇ ਤੇ ਸ਼ੱਕ ਬਣ ਜਾਵੇ ਤੇ ਇਸ ਮੈਲ ਦੇ ਕਰਕੇ ਸਾਰਾ ਵਸਦਾ ਹੋਇਆ ਘਰ ਨਰਕ ਨੁਮਾ ਬਣ ਜਾਂਦਾ ਔਰ ਕੁੰਭੀ ਨਰਕ ਬਣ ਜਾਂਦਾ ਹੈ। ਬਿਲਕੁਲ ਇਸ ਤਰ੍ਹਾਂ ਪਰਮਾਤਮਾ ਤੇ ਜੇ ਸ਼ੱਕ ਹੋ ਜਾਏ, ਬਈ ਪਤਾ ਨਹੀਂ ਪਰਮਾਤਮਾ ਹੈ ਕਿ ਨਹੀਂ ਹੈ, ਮੇਰੀ ਪ੍ਰਾਰਥਨਾ ਸੁਣਨੀ ਹੈ ਕਿ ਨਹੀਂ ਸੁਣਨੀ, ਮੇਰੇ ਨਾਲ ਉਸਨੇ ਖੜੇ ਹੋਣਾ ਕਿ ਨਹੀਂ ਹੋਣਾ, ਤਾਂ ਮੈਂ ਅਰਜ਼ ਕਰਾਂ ਇਹ ਕਈਆਂ ਜਨਮਾਂ ਤੱਕ ਨਰਕ ਬਣ ਜਾਂਦਾ ਹੈ। ਇਹ ਵੱਡਾ ਦੁੱਖ ਬਣ ਜਾਂਦਾ ਹੈ। ਔਰ ਸ਼ੱਕ ਹੀ ਮਨ ਦੀ ਮੈਲ ਹੈ। ਇਸ ਨੂੰ ਸਮਝਣ ਦਾ ਯਤਨ ਕਰਨਾ। ਸ਼ੱਕ ਦਾ ਹੀ ਗਹਿਰਾ ਰੂਪ ਸੰਸਾ ਹੈ, ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਇਹ ਮਹਾਨ ਵਿਚਾਰ ਸਾਡੀ ਝੋਲੀ 'ਚ ਪਾਉਂਦਿਆਂ ਫਰਮਾਨ ਕਰਦੇ ਨੇ,
ਸਹਿ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਪਰ ਜੈਸੇ ਜੈਸੇ ਹਿਰਦਾ ਸਿਮਰਨ ਨਾਲ ਜੁੜ ਜਾਂਦਾ ਹੈ, ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ, ਇਹ ਇੰਤਹਾਈ ਜ਼ਰੂਰੀ ਹੈ, ਬੜਾ ਜ਼ਰੂਰੀ ਹੈ। ਇਸ ਤੋਂ ਬਿਨਾਂ ਖੇਡ ਨਹੀਂ ਬਣਦੀ। ਭਾਵੇਂ ਕੁਛ ਕਰਦੇ ਰਹੀਏ, ਕੋਈ ਵੱਡੇ ਵੱਡੇ ਤੀਰਥਾਂ ਦਾ ਇਸ਼ਨਾਨ ਕਰੇ, ਦਾਨ ਕਰੇ, ਗਿਆਨ ਦੇ ਵੱਡੇ ਵੱਡੇ ਪ੍ਰਸਿੱਧ ਪੁਸਤਕਿਆਂ ਦਾ ਪਾਠ ਕਰੇ, ਜਿਤਨੀ ਦੇਰ ਜਾਪ ਨਹੀਂ ਕਰਦਾ ਖੇਡ ਨਹੀਂ ਬਣਦੀ। ਇਹ ਤਿਰਕਾਲ ਸੱਤ ਹੈ, ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ। ਇਸ ਲਈ ਮੇਰੇ ਸਾਹਿਬ ਜੀਆਂ ਨੇ ਨਿਰਣਾ ਕਰਦੇ ਹੋਏ ਇਹ ਬੋਲ ਸਾਡੀ ਝੋਲੀ ਵਿੱਚ ਪਾਏ ਨੇ। ਕਹਿੰਦੇ ਨੇ ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਪੁਰਖਾ ਜੇ ਕੁਝ ਸਫਲ ਚੀਜ਼ ਹੈ ਸੰਸਾਰ ਤੇ, ਜੋ ਸਫਲ ਹੈ, ਫਲ ਦੇਣ ਵਾਲਾ ਹੈ, ਉਹ ਕਰਤਾ ਪੁਰਖ ਦਾ ਨਾਮ ਹੈ। ਤੇ ਨਾਮ ਜਪਣ ਤੇ ਇਤਰਾਜ਼ ਨਹੀਂ ਹੈ, ਕੋਈ ਕਿਸੇ ਨਾਮ ਦਾ ਵੀ ਜਾਪ ਕਰ ਸਕਦਾ। ਕੋਈ ਅਹਿਲੇ ਇਸਲਾਮ ਦਾ ਉਪਾਸਕ ਹੈ, ਇਸਲਾਮ ਨੂੰ ਮੰਨਣ ਵਾਲਾ ਹੈ, ਉਹ ਅੱਲਾਹੂ ਅੱਲਾਹੂ ਦਾ ਜਪ ਕਰੇ। ਕੋਈ ਸਨਾਤਨ ਮਤ ਦਾ ਉਪਾਸਕ ਹੈ, ਪੈਰੋਕਾਰ ਹੈ, ਉਹ ਸਵੇਰੇ ਉੱਠ ਕੇ ਓਮ ਸ਼ਬਦ ਦੀ ਧੁਨੀ ਲਗਾਵੇ, ਜਾਂ ਰਾਮ ਜਾਂ ਹਰੇ ਕ੍ਰਿਸ਼ਨ ਸ਼ਬਦ ਦਾ ਜਪ ਕਰੇ। ਸਾਰੇ ਹੀ ਜਪ ਕਰਨ ਵਾਲੇ ਮੁਬਾਰਕ ਨੇ। ਔਰ ਮੈਂ ਅਰਜ਼ ਕਰਾਂ, ਸਾਰੇ ਹੀ ਪਰਮਾਤਮਾ ਦੇ ਨਾਮ ਮੁਬਾਰਕ ਨੇ। ਇਹ ਵੀ ਭੇਦ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਖੋਲ੍ਹਿਆ, ਵਰਨਾ ਬਾਕੀ ਥਾਈਂ ਆਖਣਗੇ ਇਹੀ ਮੰਤਰ ਮਹਾਨ ਹੈ, ਇਹੀ ਮਤ ਮਹਾਨ ਹੈ, ਤੇ ਇਹੀ ਕਰਨ ਵਾਲਾ ਮਨੁੱਖ ਮਹਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸਰਵਣ ਕਰੋ। ਆਪ ਫਰਮਾਨ ਕਰਦੇ ਹੋਏ ਕਹਿੰਦੇ ਨੇ, ਹਉ ਕੁਰਬਾਨੇ ਜਾਉ ਮਿਹਰਵਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੈ, ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ, ਸਦ ਕੁਰਬਾਨੇ ਜਾਉ। ਫਿਰ ਮਹਾਰਾਜ ਇਹ ਵੀ ਫਰਮਾਨ ਕਰਦੇ ਨੇ, ਹਉ ਬਲਿਹਾਰੇ ਜਾਉ, ਜੇਤੇ ਤੇਰੇ ਨਾਮ ਹੈ। ਪਰ ਸਿੱਖ ਨੂੰ ਜਪਣ ਵਾਸਤੇ ਮੇਰੇ ਸਾਹਿਬ ਨੇ ਵਾਹਿਗੁਰੂ ਮੰਤਰ ਝੋਲੀ ਚ ਪਾਇਆ ਹੈ। ਇਹ ਬੜਾ ਜ਼ਰੂਰੀ। ਮੈਂ ਗਾਹੇ ਬਗਾਹੇ ਵਿਚਾਰ ਆਪ ਨਾਲ ਸਾਂਝਾ ਕਰਦਾ ਰਹਿੰਦਾ। ਆਪ ਉਦਾਸ ਨੂੰ ਮੰਜੀ ਸਾਹਿਬ ਅਸਥਾਨ ਸ੍ਰੀ ਦਰਬਾਰ ਸਾਹਿਬ ਤੋਂ ਵੀ ਜੋ ਪਾਵਨ ਪਵਿੱਤਰ ਹੁਕਮਨਾਮਾ ਪ੍ਰਾਪਤ ਹੁੰਦਾ ਹੈ, ਉਸ ਦੀ ਵਿਚਾਰ ਕਰਦਿਆਂ ਅਕਸਰ ਹੀ ਸਰਵਣ ਕਰਦੇ ਹੋ। ਕੋਈ ਪਿਛਲੇ 28 ਸਾਲਾਂ ਤੋਂ ਲਗਾਤਾਰ ਉਸ ਅਸਥਾਨ ਤੇ ਕਥਾ ਦੀ ਸੇਵਾ ਦਾਸ ਨੂੰ ਪ੍ਰਾਪਤ ਹੁੰਦੀ। ਤਕਰੀਬਨ 18 ਸਾਲ ਮਸਕੀਨ ਜੀ ਦੇ ਨਾਲ ਦਾਸ ਉੱਥੇ ਜਾਂਦਾ ਰਿਹਾ, ਵਿੱਚੋਂ ਕੁਝ ਗੈਰ ਹਾਜ਼ਰੀਆਂ ਵੀ ਰਹੀਆਂ। ਔਰ 10 ਸਾਲ ਹੋ ਗਏ ਉਹਨਾਂ ਨੂੰ ਸਰੀਰ ਕਰਕੇ ਸੰਸਾਰ ਤੋਂ ਪਿਆਨਾ ਕੀਤਿਆਂ। ਲਗਾਤਾਰ ਉੱਥੋਂ ਹਾਜ਼ਰੀਆਂ ਦਾਸ ਭਰਦਾ ਹੈ। ਇਹ ਪਾਵਨ ਅਸਥਾਨ ਤੇ ਪਹਿਲੀ ਵਾਰੀ ਦਾਸ ਨੂੰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਗਾਹੇ ਬਗਾਹੇ ਹੋਰ ਵੀ ਵੱਖ-ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਆਪ ਨਾਲ ਇਹ ਵਿਚਾਰ ਸਾਂਝਾ ਕਰਦਾ ਰਹਿੰਦਾ। ਇਹ ਹੁਣੇ ਹੀ ਤੁਸੀਂ ਦੇਖ ਲਓ, ਸਵੇਰੇ ਉੱਠਦਿਆਂ ਮਨੁੱਖ ਆਪਣਾ ਸੈੱਲ ਫੋਨ ਚਾਰਜ ਕਰਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਜੇ ਚਾਰਜ ਨਾ ਕੀਤਾ ਤੇ ਫਿਰ ਸਾਰਾ ਦਿਨ ਗੱਲਬਾਤ ਕਰਨ ਤੋਂ ਵਾਂਝਾ ਰਵਾਂਗਾ। ਕਾਰ ਵਿੱਚ ਚੱਲਦਿਆਂ ਹੋਇਆਂ ਵੀ ਮਨੁੱਖ ਚਾਰਜ ਕਰਦਾ ਰਹਿੰਦਾ, ਦੁਕਾਨ ਤੇ ਬੈਠਿਆਂ, ਕਾਰੋਬਾਰ ਵਿੱਚ ਬੈਠਿਆਂ ਵੀ ਚਾਰਜਿੰਗ ਜ਼ਰੂਰੀ ਹੁੰਦੀ ਹੈ। ਇਸ ਸੈੱਲ ਫੋਨ ਨੂੰ ਅਸੀਂ ਇਲੈਕਟ੍ਰੋਨਿਕ ਸਾਧਨਾਂ ਨਾਲ ਚਾਰਜ ਕਰ ਸਕਦੇ, ਚਾਰਜਰ ਮਿਲ ਜਾਂਦੇ ਨੇ। ਪਰ ਸਾਧ ਸੰਗਤ ਸਵੇਰੇ ਉੱਠਦਿਆਂ ਜੇ ਸਾਰਾ ਦਿਨ ਖੁਸ਼ੀ ਨਾਲ ਲੰਘਾਉਣਾ ਚਾਹੁੰਦੇ ਹਾਂ ਤੇ ਫਿਰ ਤਿਰਕਾਲ ਸੱਤ ਇਹ ਹੈ, ਸਦੀਵੀ ਹਕੀਕਤ ਹੈ, ਯੂਨੀਵਰਸਲ ਟਰੁੱਥ ਹੈ। ਅੰਮ੍ਰਿਤ ਵੇਲੇ ਜਾਗ ਕੇ ਸਿੱਖ ਨੂੰ ਵਾਹਿਗੁਰੂ ਮੰਤਰ ਦਾ ਜਾਪ